Hello students, I am Sukhvinder Kaur from Department of Economics, GGDST College हरियाणा हुशियारपुर। ਅੱਜ ਜਿਹੜਾ ਟੌਪਿਕ ਆਪਾਂ ਕਰਨ ਜਾ ਰਹੇ ਹਾਂ ਹੈ ਇੰਟਰਸਟ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ 4 ਫੈਕਟਰਸ ਆਫ ਪ੍ਰੋਡਕਸ਼ਨ ਹੈਗੇ ਆ: ਲੈਂਡ, ਲੇਬਰ, ਕੈਪੀਟਲ ਤੇ ਐਂਟਰਪ੍ਰੈਨਿਓਰ। ਲੈਂਡ ਨੂੰ ਰੈਂਟ ਪੇ ਕੀਤਾ ਜਾਂਦਾ, ਉਹਦਾ ਰਿਵਾਰਡ ਜਿਹੜਾ ਹੁੰਦੀਆਂ ਸਰਵਿਸਿਜ਼ ਦੇ ਬਦਲੇ। ਲੇਬਰ ਨੂੰ ਵੇਜਸ, ਕੈਪੀਟਲ ਤੇ ਇੰਟਰਸਟ, ਤੇ ਐਂਟਰਪ੍ਰੈਨਿਓਰ ਨੂੰ ਪ੍ਰੋਫਿਟ। ਔਰ ਇਹ 4 ਸਾਡੀਆਂ ਥਿਊਰੀਜ਼ ਆਫ ਡਿਸਟਰੀਬਿਊਸ਼ਨ ਦੇ ਵਿੱਚ ਟੌਪਿਕਸ ਆਉਂਦੇ ਆ। ਉਹਦੇ ਵਿੱਚੋਂ ਇੱਕ ਟੌਪਿਕ ਜਿਹੜਾ ਇੰਟਰਸਟ ਦਾ ਅਸੀਂ ਅੱਜ ਕਰਾਂਗੇ। ਇੰਟਰਸਟ ਜਿਹੜੀ ਪੇਮੈਂਟ ਹੁੰਦੀ ਹੈ ਕੈਪੀਟਲ ਦੇ ਉੱਤੇ। ਵੈਸੇ ਇਕਨੋਮਿਕਸ ਦੇ ਵਿੱਚ ਕੈਪੀਟਲ ਜਿਹੜੀ ਆ ਉਹ ਬਹੁਤ ਸਾਰੀਆਂ ਚੀਜ਼ਾਂ ਲਈ ਕੈਪੀਟਲ ਵਰਡ ਯੂਜ਼ ਕਰ ਲਿਆ ਜਾਂਦਾ। ਪੂੰਜੀ ਜਿਹਨੂੰ ਤੁਸੀਂ ਕਹਿੰਦੇ ਹੋ, ਬਹੁਤ ਸਾਰੀਆਂ ਚੀਜ਼ਾਂ ਲਈ, ਬਹੁਤ ਸਾਰੀ ਜਗ੍ਹਾ 'ਤੇ ਪੂੰਜੀ ਵਰਡ, ਕੈਪੀਟਲ ਵਰਡ ਹੈ ਜਿਹੜਾ ਯੂਜ਼ ਕਰ ਲਿਆ ਜਾਂਦਾ। ਲਾਈਕ ਮਸ਼ੀਨਰੀ ਲਈ, ਰॉ ਮਟੀਰੀਅਲ ਲਈ, ਬਿਲਡਿੰਗਸ ਲਈ, ਕਾਰਖਾਨਿਆਂ ਲਈ, ਮਨੀ ਲਈ, ਕੈਸ਼ ਮਨੀ ਲਈ। ਅਤੇ ਪਰ ਸਾਰਿਆਂ ਦੇ ਉੱਤੇ ਹੋਣ ਵਾਲੀ ਪੇਮੈਂਟ ਆ ਜਿਹੜੀ ਉਹ ਇੰਟਰਸਟ ਨਹੀਂ ਹੁੰਦੀ। ਇੰਟਰਸਟ ਸਿਰਫ ਕਿਹਨੂੰ ਕਹਿੰਦੇ ਆ, ਤੁਸੀਂ ਜਿਹੜਾ ਤੁਸੀਂ ਕੈਸ਼ ਦੇ ਉੱਤੇ, ਜਿਹੜਾ ਤੁਸੀਂ ਜਦੋਂ ਮਨੀ ਨੂੰ ਯੂਜ਼ ਕਰਦੇ ਹੋ ਉਹਦੇ ਯੂਜ਼ ਦੇ ਬਦਲੇ ਜਿਹੜਾ ਤੁਸੀਂ ਪੇਮੈਂਟ ਕਰਦੇ ਹੋ ਉਹਨੂੰ ਤੁਸੀਂ ਇੰਟਰਸਟ ਕਹਿੰਦੇ ਹੋ। ਮੀਨਜ਼ ਇੰਟਰਸਟ ਇਜ਼ ਦੀ ਪੇਮੈਂਟ ਫॉर ਦੀ ਯੂਜ਼ ਆਫ ਮਨੀ, ਮਨੀ ਦੇ ਯੂਜ਼ ਲਈ। ਜਾਂ ਜਿਹੜੇ ਤੁਸੀਂ ਕਈ ਵਾਰ ਲੋਨੇਬਲ ਫੰਡਸ ਲੈ ਲੈਂਦੇ ਹੋ, ਜਿਹੜੇ ਲੋਨੇਬਲ ਫੰਡਸ ਹੁੰਦੇ ਉਹਨਾਂ ਨੂੰ ਯੂਜ਼ ਕਰ ਲੈਂਦੇ ਹੋ, ਉਹ ਜਿਹੜੀ ਤੁਸੀਂ ਪੇਮੈਂਟ ਕਰਦੇ ਹੋ ਉਹ ਕਹਾਉਂਦੀ ਹੈ ਤੁਹਾਡੀ ਇੰਟਰਸਟ। ਔਰ ਇਹਦੇ ਵਿੱਚ ਇੱਕ ਬਿਨਾਂ ਸ਼ੱਕ ਦੇਣ ਵਾਲਾ ਹੁੰਦਾ ਅਤੇ ਇੱਕ ਲੈਣ ਵਾਲਾ ਹੁੰਦਾ। ਜਿਹੜਾ ਲੋਨ ਦੇਣ ਵਾਲਾ ਹੁੰਦਾ ਉਸ ਨੂੰ ਲੈਂਡਰ ਕਹਿੰਦੇ ਆ, ਔਰ ਜਿਹੜਾ ਲੈਣ ਵਾਲਾ ਹੁੰਦਾ ਉਸ ਨੂੰ ਬੋਰੋਵਰ ਕਿਹਾ ਜਾਂਦਾ, ਬੋਰੋਵਰ। ਔਰ ਪ੍ਰੋਫੈਸਰ ਮੈਕਡੋਨਲਡ ਨੇ ਕਿਹਾ ਸੀਗਾ ਕਿ ਇੰਟਰਸਟ ਇਜ਼ ਦੀ ਪੇਮੈਂਟ ਪੇਡ ਫॉर ਦੀ ਯੂਜ਼ ਆਫ ਮਨੀ ਐਂਡ ਫॉर ਦੀ ਯੂਜ਼ ਆਫ ਲੋਨੇਬਲ ਫੰਡਸ। ਮਨੀ ਦੇ ਯੂਜ਼ ਦੇ ਲਈ ਜਾਂ ਫਿਰ ਲੋਨੇਬਲ ਯੂਜ਼ ਫੰਡਸ ਦੇ ਯੂਜ਼ ਦੇ ਲਈ ਜੋ ਤੁਸੀਂ ਪੇਮੈਂਟ ਕਰਦੇ ਹੋ, ਦੈਟ ਇਜ਼ ਇੰਟਰਸਟ। ਔਰ ਇੰਟਰਸਟ ਹੋਣਾ ਜਿਹੜਾ ਤੁਹਾਡਾ ਗ੍ਰੋਸ ਅਤੇ ਨੈਟ ਇੰਟਰਸਟ ਹੋ ਸਕਦਾ। ਗ੍ਰੋਸ ਇੰਟਰਸਟ ਕੀ ਹੁੰਦਾ? ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਟੋਟਲ ਜੋ ਮਨੀ ਦੇ ਯੂਜ਼ ਦੇ ਲਈ, ਲੋਨੇਬਲ ਫੰਡਸ ਦੇ ਯੂਜ਼ ਦੇ ਬਦਲੇ ਜੋ ਤੁਸੀਂ ਟੋਟਲ ਪੇਮੈਂਟ ਕਰਦੇ ਹੋ ਨਾ, ਉਹ ਗ੍ਰੋਸ ਇੰਟਰਸਟ ਹੁੰਦੀ ਹੈ। ਟੋਟਲ ਪੇਮੈਂਟ ਜਿੰਨੀ ਤੁਸੀਂ ਕਰਦੇ ਹੋ। ਜਿਸ ਤਰ੍ਹਾਂ ਗ੍ਰੋਸ ਇੰਟਰਸਟ ਦੇ ਵਿੱਚ ਨੈਟ ਇੰਟਰਸਟ ਵੀ ਇਨਕਲੂਡ ਹੁੰਦਾ। ਔਰ ਉਹਦੇ ਵਿੱਚ ਕਿਉਂਕਿ ਹੁਣ ਜਿਹੜਾ ਤੁਹਾਡਾ ਇੰਟਰਸਟ ਅਸਲ 'ਚ ਹੁੰਦਾ ਕੀ ਆ ਕਿ ਜਦੋਂ ਅਸੀਂ ਕਿਸੇ ਤੋਂ ਲੋਨ ਲਵਾਂਗੇ ਅਤੇ ਜਿਹੜਾ ਲੈਂਡਰ ਆ, ਜਿਹੜਾ ਦੇਣ ਵਾਲਾ ਆ, ਉਹਨੂੰ ਰਿਸਕ ਹੋਏਗਾ ਤੁਸੀਂ ਵਾਪਸ ਕਰਦੇ ਹੋ ਨਹੀਂ ਕਰਦੇ ਹੋ। ਉਹਨੂੰ ਇਨਕਨਵੀਨੀਅੰਸ ਹੋਏਗੀ ਕਿਉਂਕਿ ਇੱਕ ਤਾਂ ਉਹਦੇ ਕੋਲ ਕੈਸ਼ ਪਿਆ, ਉਹਨੂੰ ਜ਼ਰੂਰਤ ਆ, ਉਹ ਚੁੱਕੂਗਾ, ਕੈਸ਼ ਯੂਜ਼ ਕਰ ਲਏਗਾ। ਪਰ ਜਦੋਂ ਅਸੀਂ ਉਹ ਤੋਂ ਲੈ ਲਿਆ ਹੋਇਆ ਯੂਜ਼ ਕਰਨ ਦੇ ਲਈ, ਬੋਰੋ ਕਰ ਲਿਆ ਹੋਇਆ, ਅਤੇ ਉਹਨੂੰ ਵੇਟ ਕਰਨੀ ਪਏਗੀ ਕਿ ਆਪਾਂ ਕਦੋਂ ਵਾਪਸ ਕਰੀਏ। ਇਸ ਲਈ ਉਹ ਰਿਸਕ ਦਾ ਰਿਵਾਰਡ, ਉਹਨੂੰ ਜਿਹੜੀ ਇਨਕਨਵੀਨੀਅੰਸ ਆਉਂਦੀ ਆ ਉਹਦਾ ਰਿਵਾਰਡ ਹੈ ਜਿਹੜਾ ਉਹ ਹੁੰਦਾ ਗ੍ਰੋਸ ਇੰਟਰਸਟ ਦੇ ਵਿੱਚ ਇਨਕਲੂਡ। ਜਿਹੜਾ ਰਿਸਕ ਆ ਉਹ ਬਿਜ਼ਨਸ ਰਿਸਕ ਵੀ ਹੋ ਸਕਦਾ, ਪਰਸਨਲ ਰਿਸਕ ਵੀ ਹੋ ਸਕਦਾ। ਬਿਜ਼ਨਸ ਰਿਸਕ ਤਾਂ ਇੱਦਾਂ ਦਾ ਵੀ ਆ ਕਿ ਕਈ ਵਾਰ ਬਿਜ਼ਨਸਮੈਨ ਤਾਂ ਇਮਾਨਦਾਰ ਹੀ ਹੁੰਦਾ, ਪਰ ਕਈ ਵਾਰ ਉਹਨੂੰ ਇੰਨੀ ਲੋਸ ਹੋ ਜਾਂਦੀ ਕੋਈ ਪੇ ਨਹੀਂ ਕਰ ਪਾਉਂਦਾ, ਰੀਪੇ ਨਹੀਂ ਕਰ ਪਾਉਂਦਾ। ਮਤਲਬ ਪਰਸਨਲ ਲੋਨ ਦੇ ਵਿੱਚ, ਪਰਸਨਲ ਰਿਸਕ ਦੇ ਵਿੱਚ ਵੀ ਆਉਂਦਾ ਕਿ ਤੁਹਾਡਾ ਕਰੈਕਟਰ, ਪਰਸਨਲ ਜਿਹੜਾ ਕਿਸੇ ਨੇ ਲਿਆ ਉਹਦਾ ਆਪਣਾ ਕਰੈਕਟਰ, ਉਹਦੀ ਇਮਾਨਦਾਰੀ ਹੈਗੀ ਆ ਜਾਂ ਨਹੀਂ ਹੈਗੀ, ਉਹ ਦੇਣ ਤੋਂ ਇਨਕਾਰ ਵੀ ਕਰ ਸਕਦਾ ਹੁੰਦਾ। ਅਤੇ ਜੇ ਉਹਨੂੰ ਹੀ ਲੋਸ ਹੋ ਜੇ, ਹੋ ਸਕਦਾ ਉਹ ਵੀ ਦੇਣ ਤੋਂ ਮਨਾ ਕਰਦੇ। ਇਸ ਲਈ ਰਿਸਕ ਜਿਹੜਾ ਰਿਵਾਰਡ ਆ ਰਿਸਕ ਦਾ ਉਹ ਵੀ ਗ੍ਰੋਸ ਇੰਟਰਸਟ 'ਚ ਇਨਕਲੂਡ ਹੁੰਦਾ। ਉਸ ਤੋਂ ਬਾਅਦ ਰਿਵਾਰਡ ਫॉर ਮੈਨੇਜਮੈਂਟ। ਜਦੋਂ ਤੁਸੀਂ ਕਿਸੇ ਨੂੰ ਲੋਨ ਦੇ ਦਿੰਦੇ ਹੋ ਤੁਹਾਨੂੰ ਮੈਨੇਜ ਕਰਨਾ ਪਏਗਾ, ਉਹਦਾ ਹਿਸਾਬ ਕਿਤਾਬ ਰੱਖਣ ਲਈ ਮੁਨੀਮ ਰੱਖਣੇ ਪੈਣਗੇ, ਹੈ ਨਾ, ਕੈਸ਼ੀਅਰ ਰੱਖਣਾ ਪਏਗਾ। ਉਹਦਾ ਰਿਵਾਰਡ ਵੀ ਜਿਹੜਾ ਉਹ ਗ੍ਰੋਸ ਇੰਟਰਸਟ 'ਚ ਇਨਕਲੂਡ ਹੁੰਦਾ। ਰਿਵਾਰਡ ਫॉर ਇਨਕਨਵੀਨੀਅੰਸ, ਇਨਕਨਵੀਨੀਅੰਸ ਤਾਂ ਹੋਏਗੀ ਕਿ ਤੁਹਾਨੂੰ ਇੱਕ ਵਾਰ ਲੋਨ ਦੇ ਦਿੱਤਾ, ਉਹ ਲੋਨ ਕਿਤੇ ਹੋਰ ਵੀ ਦੇ ਸਕਦਾ ਸੀ, ਜਾਂ ਤਾਂ ਰੇਟ ਆਫ ਇੰਟਰਸਟ 'ਤੇ ਵੀ ਦੇ ਸਕਦਾ ਸੀ, ਕਿਤੇ ਹੋਰ ਵੀ ਯੂਜ਼ ਕਰ ਸਕਦਾ ਸੀ ਪੈਸਾ ਉਹ ਵਾਲਾ, ਪਰ ਉਹ ਲੋਨ ਦੇਤਾ, ਇਸ ਲਈ ਉਹਨੂੰ ਹੁਣ ਇਨਕਨਵੀਨੀਅੰਸ ਤਾਂ ਹੈਗੀ ਹੈ ਨਾ। ਉਹਦਾ ਰਿਵਾਰਡ ਵੀ ਜਿਹੜਾ ਗ੍ਰੋਸ ਇੰਟਰਸਟ ਦੇ ਵਿੱਚ ਇਨਕਲੂਡ ਹੁੰਦਾ। ਮੀਨਸ ਗ੍ਰੋਸ ਇੰਟਰਸਟ ਦੇ ਵਿੱਚ ਨੈਟ ਇੰਟਰਸਟ, ਰਿਸਕ ਦਾ ਰਿਵਾਰਡ, ਮੈਨੇਜਮੈਂਟ ਦਾ ਰਿਵਾਰਡ ਐਂਡ ਰਿਵਾਰਡ ਫॉर ਇਨਾਮ। ਮਤਲਬ ਰਿਵਾਰਡ ਮੀਨਸ ਇਨਾਮ, ਅਤੇ ਇਨਕਨਵੀਨੀਅੰਸ ਅਸੁਵਿਧਾ ਦਾ ਨਾਮ ਜਿਹੜਾ ਆ ਗ੍ਰੋਸ ਇੰਟਰਸਟ 'ਚ ਇਨਕਲੂਡ ਹੁੰਦਾ। ਨੈਟ ਇੰਟਰਸਟ ਕੀ ਹੁੰਦਾ? ਨੈਟ ਇੰਟਰਸਟ ਪ੍ਰੋਫੈਸਰ ਮਾਰਸ਼ਲ ਨੇ ਕਿਹਾ ਕਿ ਤੁਹਾਨੂੰ ਜਦੋਂ ਤੁਸੀਂ ਕਿਸੇ ਨੂੰ ਲੋਨ ਦੇ ਦਿੰਦੇ ਹੋ ਤੁਹਾਨੂੰ ਵੇਟ ਕਰਨੀ ਪੈਂਦੀ ਹੈ ਵੀ ਕਦੋਂ ਵਾਪਸ ਆਉਂਦਾ। ਉਹ ਵੇਟ ਦਾ ਜਿਹੜਾ ਰਿਵਾਰਡ ਹੈ ਨਾ ਉਹ ਨੈਟ ਇੰਟਰਸਟ ਹੁੰਦਾ। ਮਤਲਬ ਜਦੋਂ ਤੁਸੀਂ ਕੁੱਲ ਵਿਆਜ ਤਾਂ ਹੋ ਗਿਆ ਸਾਰਾ ਧਨ ਜੋ ਰਿਣਦਾਤਾ ਨੂੰ ਦਿੱਤਾ ਜਾਂਦਾ, ਸ਼ੁੱਧ ਵਿਆਜ ਜਿਹੜਾ ਹੁੰਦਾ ਵਿਆਜ ਦਾ ਉਹ ਅੰਗ ਸਿਰਫ ਜੋ ਮਨੀ ਦੇ ਯੂਜ਼ ਲਈ ਮਿਲਦਾ। ਮਤਲਬ ਉਹਦੇ ਵਿੱਚ ਰਿਸਕ ਦਾ ਰਿਵਾਰਡ ਜਾਂ ਮੈਨੇਜਮੈਂਟ ਦਾ ਰਿਵਾਰਡ ਜਾਂ ਫਿਰ ਇਨਕਨਵੀਨੀਅੰਸ ਰਿਵਾਰਡ ਇਨਕਲੂਡ ਨਹੀਂ ਹੁੰਦਾ। ਹੁਣ ਇਹਨਾਂ ਦੋਨਾਂ 'ਚ ਕੋਈ ਅੰਤਰ ਵੀ ਹੈ। ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਗ੍ਰੋਸ ਇੰਟਰਸਟ ਐਂਡ ਨੈਟ ਇੰਟਰਸਟ? ਗ੍ਰੋਸ ਇੰਟਰਸਟ ਵੱਡੀ ਟਰਮ ਆ ਕਿਉਂਕਿ ਗ੍ਰੋਸ ਦੇ ਵਿੱਚ ਨੈਟ ਇੰਟਰਸਟ ਵੀ ਇਨਕਲੂਡ ਹੁੰਦਾ।
ਤੋ ਦੋਨਾਂ ਦੇ ਵਿੱਚ ਰੇਟਸ ਦਾ ਵੀ ਫਰਕ ਆ। ਗ੍ਰੋਸ ਇੰਟਰਸਟ ਜ਼ਿਆਦਾ ਹੋਣਾ ਅਤੇ ਬਿਨਾਂ ਸ਼ੱਕ ਜਿਹੜਾ ਨੈਟ ਇੰਟਰਸਟ ਉਹ ਘੱਟ ਹੋਣਾ। ਡਿਟਰਮੀਨੇਸ਼ਨ ਦੇ ਵਿੱਚ ਵੀ ਆਉਂਦੀ ਹੈ। ਸ਼ੁੱਧ ਵਿਆਜ ਹੈ ਜਿਹੜਾ ਉਹ ਡਿਮਾਂਡ ਹੈ ਜਿਹੜੀ ਮੁਦਰਾ ਦੀ, ਉਹਦੀ ਸਪਲਾਈ ਅਤੇ ਡਿਮਾਂਡ ਦੋਨਾਂ ਰਾਹੀਂ ਡਿਟਰਮਿਨ ਹੁੰਦਾ। ਨੈਟ ਇੰਟਰਸਟ ਅਤੇ ਹੋਰ ਕੁੱਲ ਜਿਹੜਾ ਸ਼ੁੱਧ ਇੰਟਰਸਟ ਆ ਤੁਹਾਡਾ ਨੈਟ ਇੰਟਰਸਟ ਆ ਉਹ ਡਿਮਾਂਡ ਫੋਰ ਮਨੀ ਐਂਡ ਸਪਲਾਈ ਆਫ ਮਨੀ 'ਤੇ ਡਿਪੈਂਡ ਕਰਦਾ, ਉਹਦੇ ਰਾਹੀਂ ਡਿਟਰਮਿਨ ਹੁੰਦਾ। ਪਰ ਜਿਹੜਾ ਕੁੱਲ ਵਿਆਜ ਆ ਉਹਦੇ ਵਿੱਚ ਹੋਰ ਬਹੁਤ ਸਾਰੇ ਤੱਤਾਂ ਦਾ ਵੀ ਪ੍ਰਭਾਵ ਪੈਂਦਾ। ਵਟ ਇਜ਼ ਦ ਨੈਕਸਟ ਕੰਸੈਪਟ ਹੈ ਡਿਫਰੈਂਸ ਇਨ ਦੀ ਰੇਟਸ ਆਫ ਇੰਟਰਸਟ। ਰੇਟਸ ਆਫ ਇੰਟਰਸਟ ਦੇ ਵਿੱਚ ਡਿਫਰੈਂਸ ਹੁੰਦਾ ਕਾਹਤੇ? ਸਭ ਤੋਂ ਪਹਿਲਾਂ ਤਾਂ ਮੋਨੋਪੋਲੀ ਪਾਵਰ ਹੈ ਕਿ ਜਦੋਂ ਤੁਸੀਂ ਕਿਸੇ ਤੋਂ ਲੋਨ ਲਿਆ, ਜੇ ਉਹਦੀ ਮੋਨੋਪੋਲੀ ਹੋਈ ਉੱਥੇ ਤਾਂ ਉਹ ਜ਼ਿਆਦਾ ਰੇਟ ਰਹੇਗਾ, ਅਦਰਵਾਈਜ਼ ਘੱਟ ਤੁਹਾਨੂੰ ਦੇਣਾ ਪਏਗਾ। ਉਸ ਤੋਂ ਬਾਅਦ ਲਿਕੁਇਡਿਟੀ ਆਫ ਦੀ ਮਾਰਕੀਟ ਥਿੰਗਸ, ਗਿਰਵੀ ਰੱਖ ਕੇ ਕਈ ਵਾਰ ਆਪਾਂ ਲੋਨ ਲੈਂਦੇ ਹਾਂ। ਜਦੋਂ ਆਪਾਂ ਗਿਰਵੀ ਰੱਖ ਕੇ ਲੋਨ ਲੈਂਦੇ ਹਾਂ ਨਾ, ਫਿਰ ਸਾਨੂੰ ਰੇਟ ਆਫ ਇੰਟਰਸਟ ਘੱਟ ਦੇਣਾ ਪੈਂਦਾ ਕਿਉਂਕਿ ਸਾਡੀ ਸਿਕਿਉਰਿਟੀ ਉਹਨਾਂ ਨੇ ਰੱਖੀ ਹੁੰਦੀ ਹੈ। ਡਿਫਰੈਂਸ ਇਨ ਰਿਸਕ ਦਾ ਵੀ ਫਰਕ ਆ। ਜੇ ਤਾਂ ਉਹਨੂੰ ਜ਼ਿਆਦਾ ਰਿਸਕ ਲੱਗਦਾ ਤਾਂ ਜ਼ਿਆਦਾ ਵਿਆਜ ਲਏਗਾ, ਜੇ ਘੱਟ ਲੱਗਦਾ ਪਿਆ ਤਾਂ ਘੱਟ ਲਏਗਾ। ਇਨਕਨਵੀਨੀਅੰਸ, ਜੇ ਸੁਵਿਧਾ ਜ਼ਿਆਦਾ ਹੋਵੇ ਉਹਨੂੰ ਲੱਗੇ, ਮੰਨ ਲਓ ਜਿੱਦਾਂ ਜ਼ਿਆਦਾ ਟਾਈਮ ਲਈ ਜਦੋਂ ਲੋਨ ਦਿੱਤਾ ਜਾਂਦਾ ਜ਼ਿਆਦਾ ਅਸੁਵਿਧਾ ਹੁੰਦੀ ਹੈ ਤਾਂ ਰੇਟ ਆਫ ਇੰਟਰਸਟ ਜ਼ਿਆਦਾ ਹੁੰਦਾ। ਮੈਨੇਜਮੈਂਟ ਵੀ ਹੈ, ਜੇਕਰ ਉਹਨੂੰ ਜਿਹੜਾ ਮੁਨੀਮ ਰੱਖਣਾ ਪੈਂਦਾ, ਕੈਸ਼ੀਅਰ ਰੱਖਣਾ ਪੈਂਦਾ, ਜੇ ਉਹਦੇ 'ਤੇ ਜ਼ਿਆਦਾ ਉਹਦਾ ਖਰਚਾ ਆਉਂਦਾ ਪਿਆ ਜਾਂ ਉਹਦਾ ਜਿਹੜਾ ਰਿਕਾਰਡ ਰੱਖਣ ਦੇ ਰਿਕਾਰਡ ਬੁੱਕਸ ਦੇ ਉੱਤੇ ਜ਼ਿਆਦਾ ਖਰਚਾ ਆਉਂਦਾ ਪਿਆ ਤਾਂ ਬਿਨਾਂ ਸ਼ੱਕ ਰੇਟ ਆਫ ਇੰਟਰਸਟ ਜ਼ਿਆਦਾ ਹੋਏਗਾ, ਅਦਰਵਾਈਜ਼ ਘੱਟ ਹੋਏਗਾ। ਪੀਰੀਅਡ ਆਫ ਲੋਨ ਦਾ ਵੀ ਫਰਕ ਪੈਂਦਾ। ਜੇ ਪੀਰੀਅਡ ਆਫ ਲੋਨ ਘੱਟ ਹੋਏਗਾ ਤਾਂ ਰੇਟ ਆਫ ਇੰਟਰਸਟ ਘੱਟ ਹੋਏਗਾ, ਅਦਰਵਾਈਜ਼ ਜ਼ਿਆਦਾ ਹੋਏਗਾ। ਫਿਰ ਉਹੀ ਸਿਕਿਉਰਿਟੀ, ਜੇ ਸਿਕਿਉਰਿਟੀ ਰੱਖ ਕੇ ਲੋਨ ਲਓਗੇ ਤਾਂ ਰੇਟ ਆਫ ਇੰਟਰਸਟ ਘੱਟ ਪੇ ਕਰਨਾ ਪਏਗਾ, ਅਦਰਵਾਈਜ਼ ਜ਼ਿਆਦਾ ਕਰਨਾ ਪਏਗਾ। ਮੋਬਿਲਿਟੀ ਆਫ ਕੈਪੀਟਲ, ਜੇ ਪੂੰਜੀ ਦੀ ਗਤੀਸ਼ੀਲਤਾ ਜ਼ਿਆਦਾ ਹੋਵੇ ਤਾਂ ਵਿਆਜ ਦੀ ਦਰ ਦੇ ਵਿੱਚ ਸਮਾਨਤਾ ਪਾਈ ਜਾਂਦੀ ਹੈ। ਪਰ ਜੇ ਇਹ ਪੂੰਜੀ ਦੀ ਉਹ ਜਿਹੜੀ ਘੱਟ ਹੋਵੇ, ਮੋਬਿਲਿਟੀ ਘੱਟ ਹੋਵੇ, ਗਤੀਸ਼ੀਲਤਾ ਘੱਟ ਹੋਵੇ ਤਾਂ ਜ਼ਿਆਦਾ ਰੇਟ ਆਫ ਇੰਟਰਸਟ ਹੋਏਗਾ। ਬੈਂਕਿੰਗ ਫੈਸਿਲਿਟੀਜ਼ ਜੇ ਜ਼ਿਆਦਾ ਹੋਣਗੀਆਂ ਬਿਨਾਂ ਸ਼ੱਕ ਰੇਟ ਆਫ ਇੰਟਰਸਟ ਘੱਟ ਹੋਏਗਾ ਕਿਉਂਕਿ ਉਹ ਆੜਤੀਆਜ਼, ਉਹ ਮਨੀ ਲੈਂਡਰਸ ਤੁਹਾਡੇ ਕੋਲ ਜ਼ਿਆਦਾ ਰੇਟ ਆਫ ਇੰਟਰਸਟ ਚਾਰਜ ਕਰਦੇ ਆ। ਨੈਕਸਟ ਕੁਐਸਚਨ ਹੈਗਾ ਸਾਡਾ, ਹਾਊ ਇਜ਼ ਦੀ ਰੇਟ ਆਫ ਇੰਟਰਸਟ ਡਿਟਰਮਿਨਡ। ਰੇਟ ਆਫ ਇੰਟਰਸਟ ਡਿਟਰਮਿਨ ਕਿੱਦਾਂ ਹੁੰਦਾ? ਦੋ ਥਿਊਰੀਜ਼ ਆ ਸਾਡੇ ਕੋਲ, ਇੱਕ ਹੈਗੀ ਕਲਾਸੀਕਲ ਥਿਊਰੀ ਆਫ ਇੰਟਰਸਟ, ਇੱਕ ਹੈਗੀ ਆ ਨਿਊ ਕਲਾਸੀਕਲ ਥਿਊਰੀ ਆਫ ਇੰਟਰਸਟ, ਜਿਹਨੂੰ ਲੋਨੇਬਲ ਫੰਡ ਥਿਊਰੀ ਵੀ ਕਿਹਾ ਜਾਂਦਾ। ਅੱਜ ਦੇ ਲੈਕਚਰ 'ਚ ਆਪਾਂ ਕਲਾਸੀਕਲ ਥਿਊਰੀ ਆਫ ਇੰਟਰਸਟ ਕਰਨੀ ਹੈ। ਕਲਾਸੀਕਲ ਥਿਊਰੀ ਆਫ ਇੰਟਰਸਟ ਜਿਹੜੀ ਜੇ.ਐਸ. ਮਿਲ ਨੇ, ਵਾਲਰਸ ਨੇ, ਮਾਰਸ਼ਲ ਨੇ ਅਤੇ ਪੀਗੂ ਨੇ ਦਿੱਤੀ ਆ। ਉਹਨਾਂ ਨੇ ਕੀ ਕਿਹਾ ਕਿ ਜਿਹੜਾ ਤੁਸੀਂ ਇੰਟਰਸਟ ਤੁਹਾਨੂੰ ਮਿਲਦਾ ਨਾ, ਉਹ ਤੁਹਾਡੀ ਥ੍ਰਿਫਟ, ਤੁਹਾਡੀ ਕੰਜੂਸੀ, ਤੁਹਾਡੀ ਪ੍ਰੋਡਕਟੀਵਿਟੀ ਅਤੇ ਤੁਹਾਡੀ ਐਬਸਟੀਨੈਂਸ ਜਿਹੜੀ ਹੈ, ਤੁਹਾਡਾ ਤਿਆਗ, ਤੁਹਾਡੀ ਜਿਹੜੀ ਸੈਕਰੀਫਾਈਸ ਆ ਉਹਦਾ ਰਿਵਾਰਡ ਹੁੰਦਾ। ਇਸ ਲਈ ਇੰਟਰਸਟ ਇਜ਼ ਡਿਟਰਮਿਨਡ ਬਾਈ ਦੀ ਸਪਲਾਈ ਆਫ ਕੈਪੀਟਲ ਐਂਡ ਡਿਮਾਂਡ ਫॉर ਕੈਪੀਟਲ। ਉਹਦੀ ਸਪਲਾਈ ਕਿੰਨੀ ਆ ਕੈਪੀਟਲ ਦੀ ਅਤੇ ਡਿਮਾਂਡ ਕਿੰਨੀ ਆ, ਉਹਦੇ ਰਾਹੀਂ ਜਿਹੜਾ ਡਿਟਰਮਿਨ ਹੁੰਦਾ। ਇਸ ਲਈ ਇੱਕ ਸਪਲਾਈ ਆਫ ਕੈਪੀਟਲ ਕਿਹਾ। ਸਪਲਾਈ ਆਫ ਕੈਪੀਟਲ ਕਹਿੰਦੇ ਆ ਜਿਹੜੀ, ਉਹ ਰੇਟ ਆਫ ਇੰਟਰਸਟ ਡਿਪੈਂਡ ਕਰਦੀ ਆ। ਔਰ ਇਹ ਡਾਇਰੈਕਟ ਫੰਕਸ਼ਨ ਆ ਕਿ ਜੇ ਰੇਟ ਆਫ ਇੰਟਰਸਟ ਜ਼ਿਆਦਾ ਹੋਏਗਾ ਸਪਲਾਈ ਆਫ ਕੈਪੀਟਲ ਜ਼ਿਆਦਾ ਹੋਏਗੀ, ਜੇ ਰੇਟ ਆਫ ਇੰਟਰਸਟ ਘੱਟ ਹੋਏਗਾ ਤਾਂ ਸਪਲਾਈ ਆਫ ਕੈਪੀਟਲ ਘੱਟ ਹੋਏਗੀ। ਮਤਲਬ ਜਿਹਦਾ ਰੇਟ ਆਫ ਇੰਟਰਸਟ ਵੱਧਦਾ ਜਾਂਦਾ ਸਪਲਾਈ ਆਫ ਕੈਪੀਟਲ ਵੱਧਦੀ ਜਾਂਦੀ। ਡਿਮਾਂਡ ਫॉर ਕੈਪੀਟਲ ਦੂਸਰਾ, ਕੈਪੀਟਲ ਦੀ ਡਿਮਾਂਡ ਦਾ ਵੀ ਰੇਟ ਆਫ ਇੰਟਰਸਟ ਦਾ ਫੰਕਸ਼ਨ ਆ। ਜਿਹੜੀ ਡਿਮਾਂਡ ਆ, ਡਿਮਾਂਡ ਨੂੰ ਆਈ ਨਾਲ ਡਿਨੋਟ ਕੀਤਾ ਉਹਨਾਂ ਨੇ, ਡੀ ਨਾਲ ਵੀ ਕਰ ਸਕਦੇ ਹਾਂ ਵੈਸੇ। ਔਰ ਉਹ ਕੀ ਕਹਿੰਦੇ ਆ ਕਿ ਜੇ ਰੇਟ ਆਫ ਇੰਟਰਸਟ ਜ਼ਿਆਦਾ ਹੋਏਗਾ ਤਾਂ ਡਿਮਾਂਡ ਫॉर ਕੈਪੀਟਲ ਘੱਟ ਹੋਏਗੀ, ਅਦਰਵਾਈਜ਼ ਜੇ ਰੇਟ ਆਫ ਇੰਟਰਸਟ ਘੱਟ ਹੋਏਗਾ ਤਾਂ ਡਿਮਾਂਡ ਫॉर ਕੈਪੀਟਲ ਜ਼ਿਆਦਾ ਹੋਏਗੀ। ਠੀਕ ਹੈ, ਇਨਵਰਸ ਰਿਲੇਸ਼ਨਸ਼ਿਪ ਆ। ਦੇਖੋ ਇਹੀ ਉਹਨੇ ਦਿਖਾਇਆ, ਰੇਟ ਆਫ ਇੰਟਰਸਟ 1 2 3 4 5% ਆ ਅਤੇ ਡਿਮਾਂਡ ਫॉर ਕੈਪੀਟਲ ਦੇ ਨਾਲ ਇਨਵਰਸ ਰਿਲੇਸ਼ਨਸ਼ਿਪ ਆ। ਜਿੱਦਾਂ ਰੇਟ ਆਫ ਇੰਟਰਸਟ ਵੱਧਦਾ ਜਾਂਦਾ ਡਿਮਾਂਡ ਘਟਦੀ ਜਾਂਦੀ ਪਈ। ਪਰ ਨੈਕਸਟ ਦੇਖੋ ਸਪਲਾਈ ਦੇ ਨਾਲ ਉਹ ਪੋਜ਼ੀਟਿਵ ਰਿਲੇਸ਼ਨਸ਼ਿਪ ਆ। ਜਿੱਦਾਂ ਰੇਟ ਆਫ ਇੰਟਰਸਟ ਵੱਧਦਾ ਪਿਆ ਸਪਲਾਈ ਆ ਜਿਹੜੀ ਉਹ ਵੱਧਦੀ ਪਈ ਆ। ਫਿਰ ਇਹ ਡਾਇਗਰਾਮ ਉਹਨੇ ਡਰਾ ਕਰ ਦਿੱਤੀ ਹੈ। ਡੀ ਡਿਮਾਂਡ ਕਰਵ ਆ ਕਿਉਂਕਿ ਡਾਊਨਵਰਡ ਰਿਲੇਸ਼ਨਸ਼ਿਪ ਨੈਗੇਟਿਵ ਆ ਕੈਪੀਟਲ ਦਾ ਅਤੇ ਰੇਟ ਆਫ ਇੰਟਰਸਟ ਦਾ, ਇਸ ਲਈ ਡਾਊਨਵਰਡ ਸਲੋਪ ਆ। ਅਪਵਰਡ ਸਲੋਪ ਦਾ ਹੈਗਾ ਆ ਸਪਲਾਈ ਕਰਵ ਕਿਉਂਕਿ ਰਿਲੇਸ਼ਨਸ਼ਿਪ ਪੋਜ਼ੀਟਿਵ ਹੈਗਾ ਆ। ਹੁਣ ਇਹ ਤੁਸੀਂ ਆ ਪਿਛਲੀ ਡਾਇਗਰਾਮ ਦੇ ਵਿੱਚ ਆਪਾਂ ਦੇਖ ਹੀ ਲਿਆ ਕਿ ਜਿੱਥੇ 3% ਸੀਗਾ ਉੱਥੇ ਵਿਆਜ, ਉੱਥੇ ਤੁਹਾਡੀ ਡਿਮਾਂਡ ਅਤੇ ਸਪਲਾਈ ਦੋਨੋਂ ਕਿੰਨੇ ਸੀ 60-60। ਇਸ ਲਈ ਉੱਥੇ ਇਕੁਇਲੀਬਰੀਅਮ ਹੈਗਾ ਆ। ਅਤੇ ਇਸ ਤਰ੍ਹਾਂ ਜਿਹੜਾ ਜਿੱਥੇ ਡਿਮਾਂਡ ਐਂਡ ਸਪਲਾਈ ਆਫ ਮਨੀ ਇੰਟਰਸੈਕਟ ਕਰ ਜਾਂਦੇ ਆ, ਸਪਲਾਈ ਆਫ ਕੈਪੀਟਲ ਵੀ ਕਹਿ ਸਕਦੇ ਹੋ, ਉੱਥੇ ਤੁਹਾਡਾ ਜਿਹੜਾ ਰੇਟ ਆਫ ਇੰਟਰਸਟ ਡਿਟਰਮਿਨ ਹੁੰਦਾ। ਔਰ ਉਸ ਤੋਂ ਬਾਅਦ ਕ੍ਰਿਟਿਸਿਜ਼ਮ ਇਹਦਾ ਕੀਤਾ ਜਾਂਦਾ। ਕਹਿੰਦੇ ਕਿ ਜਿਸ ਤਰ੍ਹਾਂ ਕਿਹਾ ਕਿ ਬੱਚਤ ਨਿਵੇਸ਼ ਵਿੱਚ ਸੰਤੁਲਨ ਨਹੀਂ ਹੁੰਦਾ। ਇਹ ਮੰਨ ਕੇ ਚੱਲਦੇ ਆ, ਕਈਜ਼ ਨੇ ਕਿਹਾ ਸੀ ਕਿ ਜਿਹੜੀ ਬੱਚਤ ਆ ਉਹੀ ਅੱਗੇ ਜਾ ਕੇ ਇਨਵੈਸਟ ਹੁੰਦੀ, ਇੱਦਾਂ ਜ਼ਰੂਰੀ ਨਹੀਂ ਹੁੰਦਾ। ਇਫੈਕਟਸ ਆਫ ਇੰਟਰਸਟ ਔਨ ਸੇਵਿੰਗ ਐਂਡ ਇਨਵੈਸਟਮੈਂਟ, ਇੰਟਰਸਟ ਦਾ ਸੇਵਿੰਗ ਅਤੇ ਇਨਵੈਸਟਮੈਂਟ 'ਤੇ ਇਫੈਕਟ ਪੈਂਦਾ, ਪਰ ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ ਦਾ ਵੀ, ਕਿ ਤੁਹਾਡੀ ਐਕਸਪੈਕਟਡ ਪ੍ਰੋਫਿਟ ਕਿੰਨਾ ਉਹਦਾ ਇਫੈਕਟ ਵੀ ਪੈਂਦਾ। ਬੇਸਡ ਔਨ ਰੀਅਲ ਫੈਕਟਰਸ ਓਨਲੀ, ਇਹਦੇ ਵਿੱਚ ਸਿਰਫ ਉਤਪਾਦਕਤਾ ਦੱਸੀ, ਇਹਦੇ 'ਚ ਇਹ ਦੱਸਿਆ ਕਿ ਤੁਹਾਨੂੰ ਸੈਕਰੀਫਾਈਸ ਦਾ ਰਿਵਾਰਡ ਹੁੰਦਾ,
ਪਰ ਜਿਹੜਾ ਇੰਟਰਸਟ ਆ ਉਹਦੇ 'ਤੇ ਹੋਰ ਵੀ ਬਹੁਤ ਸਾਰੇ ਫੈਕਟਰਸ ਦਾ ਇਫੈਕਟ ਹੁੰਦਾ। ਸਭ ਤੋਂ ਪਹਿਲਾਂ ਸਪਲਾਈ ਆਫ ਮਨੀ ਕਿੰਨੀ ਸੀ, ਅਤੇ ਹੋਰ ਵੀ ਬਹੁਤ ਸਾਰੇ ਫੈਕਟਰਸ ਆ ਜਿਹੜੇ ਇਹਨਾਂ ਨੇ ਅਣਗਹਿਲੇ ਕੀਤੇ ਆ। ਉਸ ਤੋਂ ਬਾਅਦ ਇਹ ਮੰਨ ਕੇ ਚੱਲਿਆ ਕਿ ਇਕਾਨਮੀ 'ਚ ਫੁੱਲ ਇੰਪਲਾਇਮੈਂਟ ਆ, ਜਿਹੜੀ ਅਨਰੀਅਲਿਸਟਿਕ ਕੰਜੰਪਸ਼ਨ ਆ, ਇਸ ਤਰ੍ਹਾਂ ਨਹੀਂ ਹੁੰਦਾ, ਵਾਸਤਵਿਕ ਮਾਨਤਾ ਆ। ਉਸ ਤੋਂ ਬਾਅਦ ਸਪਲਾਈ ਆਫ ਕੈਪੀਟਲ ਜਿਹੜੀ ਇਹਨਾਂ ਨੇ ਲਈ, ਉਹਦੀ ਵਾਸਤਵਿਕ ਉਹ ਨੈਰੋ ਕੰਸੈਪਟ ਲਿਆ। ਸਪਲਾਈ ਆਫ ਕੈਪੀਟਲ ਦੇ ਵਿੱਚ ਸਾਰੇ ਜਿਹੜੇ ਕੰਸੈਪਟ ਨੂੰ ਡਿਟੇਲ 'ਚ ਐਕਸਪਲੇਨ ਨਹੀਂ ਕੀਤਾ, ਇਸ ਲਈ ਵੀ ਇਸਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ। ਉਸ ਤੋਂ ਬਾਅਦ ਇਟ ਇਗਨੋਰਸ ਲੋਨਸ ਫॉर ਕੰਜੰਪਸ਼ਨ। ਜਿਹੜੇ ਲੋਨਸ ਆ ਉਹ ਸਿਰਫ ਇਨਵੈਸਟਮੈਂਟ ਕਰਨ ਲਈ ਨਹੀਂ ਲੈ ਜਾਂਦੇ, ਕੰਜੰਪਸ਼ਨ ਲਈ ਵੀ ਲੈ ਜਾਂਦੇ ਆ, ਉਸਨੂੰ ਇਸਨੇ ਇਗਨੋਰ ਕੀਤਾ। ਮਨੀ ਨਿਊਟਰਲ ਰਹਿੰਦੀ ਆ। ਕੁਝ ਇਕੋਨਮਿਸਟ ਦਾ ਇਹ ਮੰਨਣਾ ਕਿ ਉਹਦੇ 'ਤੇ ਰੇਟ ਆਫ ਇੰਟਰਸਟ ਦਾ ਕੋਈ ਇਫੈਕਟ ਨਹੀਂ ਪੈਂਦਾ। ਮੁਦਰਾ ਦੀ ਮੰਗ ਅਤੇ ਮੁਦਰਾ ਦੀ ਪੂਰਤੀ ਵਿੱਚ ਹੋਣ ਵਾਲੇ ਪਰਿਵਰਤਨ ਵਿਆਜ ਦੀ ਦਰ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੇ ਆ। ਪਰ ਕੁਝ ਇੱਕ ਇਕੋਨਮਿਸਟਸ ਦਾ ਇਹ ਵੀ ਮੰਨਣਾ ਆ ਕਿ ਇਹ ਥਿਊਰੀ ਨੇ ਇਹ ਵਿਆਜ ਦੀ ਦਰ ਇਹਨਾਂ ਨੂੰ ਪ੍ਰਭਾਵਿਤ ਕਰਦੀ ਹੈ, ਇਸ ਚੀਜ਼ ਨੂੰ ਐਕਸਪਲੇਨ ਨਹੀਂ ਕੀਤਾ। ਇੰਟਰਸਟ ਇਜ਼ ਨਾਟ ਅ ਰਿਵਾਰਡ ਆਫ ਸੇਵਿੰਗ ਓਨਲੀ, ਮਤਲਬ ਸਿਰਫ ਸੇਵਿੰਗ ਕੀਤੀ ਫਿਰ ਤੁਸੀਂ ਉਹਨੂੰ ਲੋਨ ਦਿੱਤਾ, ਉਹਦਾ ਹੀ ਰਿਵਾਰਡ ਨਹੀਂ ਹੁੰਦਾ ਇੰਟਰਸਟ। ਇੰਟਰਸਟ ਜਦੋਂ ਤੁਸੀਂ ਬੱਚਤ ਕਰਦੇ ਹੋ ਅਤੇ ਬੱਚਤ ਦੇ ਰੂਪ ਦੇ ਵਿੱਚ ਜਿਹੜੀ ਤੁਸੀਂ ਨਕਦ ਰਾਸ਼ੀ ਆਪਣੇ ਕੋਲ ਰੱਖਦੇ ਆ, ਉਹ ਲਿਕੁਡਿਟੀ ਦਾ ਤਿਆਗ ਕਰਦੇ ਹੋ, ਮਤਲਬ ਆਪਣੇ ਕੋਲ ਨਹੀਂ ਰੱਖਦੇ, ਆਪਾਂ ਬੈਂਕਾਂ 'ਚ ਰੱਖ ਦਿੰਦੇ, ਤਾਂ ਵੀ ਤਾਂ ਆਪਾਂ ਲਿਕੁਡਿਟੀ ਦਾ ਤਿਆਗ ਕਰਦੇ ਹਾਂ, ਉੱਤੇ ਵੀ ਰੇਟ ਆਫ ਇੰਟਰਸਟ ਜਿਹੜਾ ਸਾਨੂੰ ਮਿਲਦਾ। ਇਸੀ ਕ੍ਰਿਟਿਸਿਜ਼ਮ ਇਸ ਥਿਊਰੀ ਦਾ ਨੈਕਸਟ ਜਿਹੜਾ ਆਪਾਂ ਅਗਲੇ ਲੈਕਚਰ 'ਚ ਕਰਾਂਗੇ। ਥੈਂਕ ਯੂ ਸੋ ਮਚ। ਚੱਲੇ ਸਰ ਚੱਲੇ।